ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਦੋਹਰਾ ਜਾਮਾ ਜਾਨੋ ਤ੍ਰਿਮਤ ਕੀਰਾ ਅਹੇ ਸੁਭਾਵ ਪੁਰਖ ਕੋ ਤੇਰਾ ਸੁਣਤ ਮਦਨਵੰਤੀ ਹਰਿ ਖਾਨੀ ਸਮਝ ਵਾਰਤਾ ਮੁਖ ਮੁਸਕਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਬਿਸ਼ੰਬਰ ਦਾਸ ਅਤੇ ਉਸ ਦੇ ਪਰਿਵਾਰ ਦਾ ਮੇਲ ਹੋਣਾ ਔਰ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ। ਹੁਣ ਬਿਸ਼ੰਬਰ ਦਾਸ ਆਪਣੇ ਪਰਿਵਾਰ ਸਮੇਤ ਗੁਰੂ ਜੀ ਤੋਂ ਵਿਦਾ ਹੋਣ ਲੱਗਿਆ ਔਰ ਸਾਰੇ ਪਰਿਵਾਰ ਨੇ ਆ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਉਸ ਦੀ ਘਰਵਾਲੀ ਮਦਨਵੰਤੀ ਉਹਨੇ ਵੀ ਨਮਸਕਾਰ ਕੀਤੀ ਹੈ। ਪਾਤਸ਼ਾਹ ਜੀ ਨੇ ਉਸ ਨੂੰ ਬਖਸ਼ਿਸ਼ ਕੀਤੀ ਹੈ ਆਉਣ ਵਾਲੇ ਸਮੇਂ ਬਾਰੇ। ਉਸ ਤੋਂ ਉਪਰੰਤ ਉਸ ਦੀ ਇੱਕ ਦੂਸਰੀ ਹੋਰ ਪਤਨੀ ਹੈ ਮੋਦਨੀ, ਉਹਨੇ ਵੀ ਆ ਕੇ ਨਮਸਕਾਰ ਕੀਤੀ ਹੈ। ਪਾਤਸ਼ਾਹ ਜੀ ਉਸ ਦੇ ਬਾਰੇ ਕੀ ਬਖਸ਼ਿਸ਼ ਕਰਦੇ ਹਨ, ਦੱਸਦੇ ਹਨ। ਇਹ ਵਿਚਾਰ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ, ਫਿਰ ਇਹ ਪਰਿਵਾਰ ਸਮੇਤ ਵਿਦਾ ਹੁੰਦੇ ਹੈ ਅਤੇ ਅਗਲੀ ਸਾਖੀ ਚੱਲਦੀ ਹੈ। ਆਰੰਭ ਕਰਾਂਗੇ ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਾਮਾ ਜਾਨੋ ਤ੍ਰਿਮਤ ਕੀਰਾ ਅਹੇ ਸੁਭਾਵ ਪੁਰਖ ਕੋ ਤੇਰਾ। ਤੋ ਜਦੋਂ ਮੋਦਨਵੰਤੀ ਨਾਮ ਦੀ ਇਸ ਇਸਤਰੀ ਨੇ ਬਿਸ਼ੰਬਰ ਦਾਸ ਦੀ ਘਰਵਾਲੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਪਾਤਸ਼ਾਹ ਜੀ ਉਸ ਦੀ ਵਿਚਾਰ ਉਸ ਦਾ ਸੁਭਾਅ ਦੇਖ ਕਰਕੇ ਕਹਿਣ ਲੱਗੇ ਤੇਰਾ ਜਾਮਾ ਤਾਂ ਇਸਤਰੀ ਦਾ ਹੈ ਪਰ ਸੁਭਾਅ ਤੇਰਾ ਜਿਹੜਾ ਹੈ ਉਹ ਮਨੁੱਖਾਂ ਵਰਗਾ ਹੈ। ਸੁਣਤ ਮਦਨਵੰਤੀ ਹਰਿ ਖਾਨੀ ਸਮਝ ਵਾਰਤਾ ਮੁਖ ਮੁਸਕਾਨੀ। ਤੋ ਮਦਨਵੰਤੀ ਜਿਹੜੀ ਇਸਤਰੀ ਸੀ ਕਹਿੰਦੇ ਬੜੀ ਖੁਸ਼ ਹੋਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਭਰੇ ਬਚਨ ਸੁਣ ਕੇ ਜੀ। ਉਤੋ ਮੋਦਨੀ ਦੂਸਰ ਦਾਰਾ ਪਹੁੰਚ ਨਿਕਟ ਪਗ ਪਰ ਸਿਰ ਧਾਰਾ। ਇਸ ਤਰ੍ਹਾਂ ਉਸ ਦੀ ਇੱਕ ਹੋਰ ਘਰਵਾਲੀ ਹੈ, ਉਹਨੇ ਵੀ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਤਬ ਸਤਿਗੁਰ ਤੂਸ਼ਨ ਹੋਏ ਰਹੇ ਸਿਰ ਕੋ ਧੁਨਿਓ ਬਾਕ ਨ ਕਹੇ। ਸਤਿਗੁਰੂ ਪਾਤਸ਼ਾਹ ਜੀ ਚੁੱਪ ਕਰ ਰਹੇ, ਕੁਝ ਸਿਰ ਨੂੰ ਵੀ ਮਾਰਿਆ ਇਸ ਤਰ੍ਹਾਂ ਜਿਵੇਂ ਉਹਨਾਂ ਨੂੰ ਇਹ ਠੀਕ ਨਹੀਂ ਲੱਗਦੀ। ਔਰ
ਯੁੱਤ ਪਰਵਾਰ ਬਿਸ਼ੰਬਰ ਦਾਸ ਰੁਖਸ਼ਦ ਹੈਵ ਕਰ ਸਤਿਗੁਰ ਪਾਸ। ਔਰ ਫਿਰ ਇਹ ਸਾਰਾ ਪਰਿਵਾਰ ਸਤਿਗੁਰਾਂ ਨੂੰ ਮੱਥਾ ਟੇਕ ਕੇ ਵਿਦਾ ਹੋਇਆ ਹੈ ਜੀ। ਮਸਤਕ ਟੇਕਤ ਕੀਨ ਪਿਆਨਾ ਦੱਖਣ ਦਿਸ਼ ਉਜੈਨਪੁਰ ਜਾਨਾ। ਦੱਖਣ ਵਾਲੇ ਪਾਸੇ ਉਜੈਨ ਗਿਆ ਜੀ ਦੇ ਇਲਾਕੇ ਦੇ ਵਿੱਚ ਪੈਂਦਾ ਹੈ। ਆਪਣੇ ਇਲਾਕੇ ਨੂੰ ਚਲੇ ਗਏ ਜੀ। ਸਤਿਗੁਰ ਹੱਸੇ ਤਿਨਹੁ ਕੇ ਪਾਛੇ ਮੈਂ ਡਿਗ ਖਰੋ ਖੁਸ਼ੀ ਪਿਕਾਛੇ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦੇ ਜਾਣ ਤੋਂ ਬਾਅਦ ਕੁਝ ਮੁਸ਼ਕਲ ਆਏ। ਔਰ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਕੋਲ ਖੜਾ ਸੀ। ਭੋਜਨ ਕਰਤ ਪਿਓ ਤਿਸ ਬੀਰਾ ਕਹਾ ਹੁਕਮ ਹੈ ਰਾਵਰ ਕੀਰਾ। ਔਰ ਮੈਂ ਪੁੱਛਿਆ ਮਹਾਰਾਜ ਕੀ ਹੁਕਮ ਹੈ ਤੁਹਾਡਾ। ਸੁਣ ਕਲ ਗੀਤਰ ਬਾਕੂ ਚਾਰਾ ਨਾਮ ਮਦਨਵੰਤੀ ਜੋ ਦਾਰਾ। ਪਾਤਸ਼ਾਹ ਕਹਿੰਦੇ ਜਿਹੜੀ ਵਿਸ਼ੰਬਰ ਦਾਸ ਦੀ ਇਹ ਇਸਤਰੀ ਹੈ ਮਦਨਵੰਤੀ, ਜਦੋਂ ਇਸ ਦਾ ਸਮਾਂ ਪੂਰਾ ਹੋ ਜਾਵੇਗਾ, ਕਿਉਂਕਿ ਭਵਿੱਖ ਦੀ ਗੱਲ ਕਰ ਰਹੇ ਆ ਆਉਣ ਵਾਲੇ ਸਮੇਂ ਦੀ, ਜਦੋਂ ਇਹ ਸਰੀਰ ਛੱਡ ਜਾਵੇਗੀ। ਜਬ ਗੁਰ ਬਖਸ਼ ਸਿੰਘ ਤਨ ਤੇਰਾ ਤੁਵ ਸਿੱਖਣੀ ਹੋਵੇ ਤਿਸ ਬੇਰਾ। ਔਰ ਤੇਰਾ ਵੀ ਸਰੀਰ ਜਿਹੜਾ ਹੈ ਗੁਰਬਖਸ਼ ਸਿੰਘ ਦਾ ਹੋਵੇਗਾ, ਉਸ ਸਮੇਂ ਇਹ ਤੇਰੀ ਘਰ ਵਾਲੀ ਬਣੇਗੀ ਆ ਕੇ। ਹੋਏ ਦੋਨੋਂ ਡਿਗ ਰਾਜ ਵਿਸਾਲਾ ਤਹਿ ਲਗ ਕਰੋ ਜਹਾਂ ਲਗ ਜਵਾਲਾ। ਔਰ ਤੁਸੀਂ ਰਾਜੇ ਬਣੋਗੇ। ਗੁਰਬਖਸ਼ ਸਿੰਘ ਰਾਮ ਕੋਇਲ ਜੀ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਦੱਸਦੇ ਐ। ਫਿਰ ਤੁਸੀਂ ਪਹਾੜੀ ਇਲਾਕੇ ਦੇ ਵਿੱਚ ਰਾਜ ਕਰੋਗੇ। ਜਗ ਮੇ ਜੀਵਨ ਹੋਏ ਤੋ ਥੋਰਾ ਸਿੱਧ ਮਨੋਰਥ ਬਨ ਹੈ ਤੋਰਾ। ਔਰ ਤੁਹਾਡਾ ਜਿਹੜਾ ਸਰੀਰਕ ਸਮਾਂ ਇਸ ਵੇਲੇ ਦਾ ਹੈ ਇਹ ਥੋੜਾ ਹੀ ਹੈ। ਜਦੋਂ ਦੁਬਾਰਾ ਫਿਰ ਆਓਗੇ ਦੁਨੀਆ ਵਿੱਚ। ਸੁਣੋ ਨੀਗਰਾ ਗਿਓ ਹਕਾਰਨਾ ਤਹਾਂ ਲੁਪਾਇਓ ਕਰੀ ਨਿਹਾਰਨਾ। ਔਰ ਕਹਿਣ ਲੱਗੇ ਪੁੱਤਰਾ ਜਦੋਂ ਤੂੰ ਇਹਨਾਂ ਨੂੰ ਬੁਲਾਉਣ ਗਿਆ ਸੀ ਉਸ ਵੇਲੇ ਤੂੰ ਇੱਕ ਗੱਲ ਸੋਚੀ ਸੀ। ਮੋਕੋ ਨੇ ਬਖਸ਼ੀ ਗੁਰੇ ਹੈ ਕਰਿਓ ਮਨੋਰਥ ਦੇਖਤ ਦੇ ਹੈ। ਔਰ ਤੂੰ ਸੋਚਿਆ ਸੀ ਨਾ ਵੀ ਇਹ ਇਸਤਰੀ ਕਿਤੇ ਮੇਰੀ ਹੁੰਦੀ। ਵੈਸੇ ਗੁਰਮੁਖ ਜਿਹੜੇ ਇਦਾਂ ਸੋਚਦੇ ਨਹੀਂ, ਪਰ ਸਤਿਗੁਰ ਤਾਂ ਬੜੇ ਸੂਖਮ ਤੋਂ ਸੂਖਮ ਫੁਰਨੇ ਨੂੰ ਵੀ ਫੜਦੇ ਹਨ। ਰਾਜਾ ਜਨਕ ਹੋਇਆ ਤੇ ਰਾਜੇ ਜਨਕ ਦਾ ਗੁਰੂ ਪਿਆਰਿਓ ਇੱਕ ਸੇਵਕ ਹੋਇਆ ਤੇ ਉਸ ਨੇ ਰਾਜੇ ਦੀ ਬੜੀ ਸੇਵਾ ਕੀਤੀ। ਤੇ ਇੱਕ ਦਿਨ ਰਾਜਾ ਹੁਕਮ ਦਿੰਦਾ ਜਾ ਠੰਡਾ ਜਲ ਲੈ ਕੇ ਆ ਪੀਣ ਵਾਸਤੇ। ਉਹਨੇ ਘੜਾ ਚੱਕਿਆ, ਜਲ ਲੈਣ ਚਲਿਆ ਗਿਆ। ਰਸਤੇ ਵਿੱਚ ਸੋਚਦਾ ਜਾਂਦਾ ਯਾਰ ਕਦੇ ਮੈਂ ਵੀ ਇਦਾਂ ਦਾ ਰਾਜਾ ਹੋਵਾਂ ਤੇ ਬੈਠਾ ਸਭ ਕੁਝ ਮੰਗਾਵਾਂ, ਮੇਰਾ ਵੀ ਹੁਕਮ ਚੱਲੇਗਾ। ਔਰ ਠੰਡਾ ਪਾਣੀ ਲੈ ਕੇ ਆਇਆ, ਰਾਜੇ ਨੇ ਪੀਤਾ ਤੇ ਪੀਣ ਤੋਂ ਬਾਅਦ ਰਾਜਾ ਕਹਿਣ ਲੱਗਿਆ ਵਾਹ ਬਈ ਵਾਹ, ਬੜੀ ਸ਼ਾਂਤੀ ਆਈ। ਮੰਗ ਕੀ ਮੰਗਣਾ? ਕਹਿੰਦਾ ਨਹੀਂ ਜੀ ਕੁਛ ਨਹੀਂ ਮੰਗਦਾ। ਕਹਿੰਦੇ ਫੇਰ ਵੀ ਮੰਗ ਲੈ, ਕਿਉਂਕਿ ਰਾਜਾ ਭਗਤ ਵੀ ਸੀ ਜਿੱਥੇ ਰਾਜਾ ਸੀ ਰਾਜਾ ਜਨਕ। ਉਹ ਕਹਿਣ ਲੱਗਿਆ ਨਹੀਂ ਜੀ। ਤੇ ਉਹ ਕਹਿਣ ਲੱਗੇ ਪਹਿਲਾਂ ਹੀ ਤਾਂ ਮੰਗੀ ਜਾਣਾ, ਤੂੰ ਪਾਣੀ ਲੈਣ ਗਿਆ ਸੋਚੀ ਜਾਣਾ ਕਿਤੇ ਮੈਂ ਵੀ ਇਹੋ ਜਿਹਾ ਰਾਜਾ ਬਣਾਂਗਾ, ਤੂੰ ਮੈਥੋਂ ਵੀ ਤਕੜਾ ਰਾਜਾ ਹੋਵੇਂਗਾ। ਕੋ ਸਤਨਾਮ। ਤੂੰ ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਫੁਰਨਿਆਂ ਨੂੰ ਫੜ ਲੈਂਦੇ ਨੇ। ਕਹਿਣ ਲੱਗੇ ਤੂੰ ਇਹ ਫੁਰਨਾ ਬਣਾਇਆ ਸੀ ਕਿਤੇ ਮੇਰੀ ਘਰ ਵਾਲੀ ਹੁੰਦੀ, ਇਸ ਕਰਕੇ ਜਾ ਅਗਲੇ ਜਨਮ ਦੇ ਵਿੱਚ ਤੇਰਾ ਫੁਰਨਾ ਪੂਰਾ ਹੋਵੇਗਾ। ਦਿਓ ਕਹਾਂ ਬਿਲੋਕਤ ਐਸੇ ਅਬ ਹਮਨੇ ਬਖਸ਼ੀ ਤੋਹਿ ਤੈਸੇ। ਔਰ ਤੇਰੇ ਅੰਦਰ ਫੁਰਨਾ ਬਣਿਆ ਤੇ ਮੈਂ ਤੇਰਾ ਇਹ ਫੁਰਨਾ ਪੂਰਾ ਕਰ ਦਿੱਤਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਹੁਣ ਫਿਕਰ ਨਾ ਕਰ, ਹੁਣ ਏਦਾਂ ਹੀ ਹੋਵੇਗੀ। ਜੋਤੀ ਸਿੱਖਣੀ ਰਜ ਜੁਤ ਹੋਹੀ ਹਮਰੇ ਚਰਨ ਸੰਗ ਸੋ ਛੋਹੀ। ਦੂਜੀ ਇਸਤਰੀ ਦੇ ਬਾਰੇ ਮੈਂ ਕੁਝ ਵੀ ਨਹੀਂ ਕਿਹਾ ਜਿਸ ਨੇ ਮੈਨੂੰ ਆ ਕੇ ਨਮਸਕਾਰ ਕੀਤੇ ਸੇ। ਜਾਤੇ ਹਮਨੇ ਆਦਰ ਦੀਨਾ ਬਾਕ ਨਾ ਕਛੂ ਚਾਰਨ ਕੀਨਾ। ਇਸ ਕਰਕੇ ਮੈਂ ਉਸ ਨੂੰ ਸਤਿਕਾਰਤਾ ਦਿੱਤਾ ਪਰ ਉਹਨੂੰ ਕੋਈ ਵਚਨ ਨਹੀਂ ਕਿਹਾ ਜੀ। ਉਸਨੇ ਬੈਸੀਆ ਬਨ ਹੈ ਸੋਏ ਨੀਤ ਪਰਮੇਸ਼ਰ ਕੀ ਇਮ ਹੋਏ। ਇਹ ਅੱਗੇ ਜਾ ਕੇ ਤੁਰਕਾਂ ਦੇ ਘਰੇ ਜਨਮ ਲਵੇਗੀ। ਪਾਤਸ਼ਾਹ ਜੀ ਨੇ ਉਸ ਦਾ ਵੀ ਮੱਥਾ ਪੜ ਲਿਆ ਆਉਣ ਵਾਲੇ ਸਮੇਂ ਦਾ। ਇਸੇ ਕਰਕੇ ਪਾਤਸ਼ਾਹ ਨੇ ਸ਼ਾਇਦ ਟੇਢਾ ਸਿਰ ਮਾਰਿਆ ਸੀਗਾ ਵੀ ਇਹ ਤੁਰਕਾਂ ਦੇ ਜਾਵੇਗੀ। ਕੋ ਸਤਨਾਮ।
ਕਹਿਣ ਲੱਗੇ ਉਸ ਇਸਤਰੀ ਦਾ ਅਗਲਾ ਜਾਮਾ ਤੁਰਕ ਦਾ ਹੋਵੇਗਾ ਔਰ ਤੁਰਕਾਂ ਦੇ ਵਿੱਚ ਵੀ ਇਹ ਵੇਸਵਾ ਹੋਵੇਗੀ। ਅਮਰੋ ਸਿਦਕ ਭਾਵ ਕਰ ਆਈ, ਇਸ ਕੋ ਫਲ ਪੇ ਹੈ ਵਡਿਆਈ। ਚਲੋ ਇਸ ਨੇ ਸਿਦਕ ਸਹਿਤ ਮੈਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਤੇ ਗੁਰੂ ਨੂੰ ਨਮਸਕਾਰ ਕਰਨ ਵਾਲ ਨੂੰ ਜ਼ਰੂਰ ਕੁਝ ਨਾ ਕੁਝ ਮਿਲਦਾ ਹੈ। ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਗੁਰੂ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਸ ਕਰਕੇ ਉਹਨੇ ਸਤਿਕਾਰ ਸਹਿਤ ਮੱਥਾ ਟੇਕਿਆ। ਇਹਨੂੰ ਇੱਕ ਚੀਜ਼ ਮੈਂ ਦਿੱਤੀ। ਕੇਸ਼ੋ ਦਾਸ ਜਬੇ ਤਨ ਧਰੇ, ਰਣ ਸਿੰਘ ਨਾਮ ਰਾਜ ਬੜ ਕਰੇ। ਔਰ ਕਹਿਣ ਲੱਗੇ ਅੱਗੇ ਜਾ ਕੇ ਕੇਸ਼ੋ ਦਾਸ ਪੰਡਤ ਇਹਦਾ ਵੀ ਜਨਮ ਅਗਲਾ ਹੋਵੇਗਾ, ਰਣ ਸਿੰਘ ਇਹਦਾ ਨਾਮ ਹੋਵੇਗਾ। ਅੰਗੀਕਾਰ ਕਰੇਂਗੋ ਸੋਏ, ਮਰ ਕਰ ਪੁਨ ਹਿੰਦਵਾਣੀ ਹੋਏ। ਔਰ ਇਹ ਉਸ ਦੀ ਘਰ ਵਾਲੀ ਬਣੇਗੀ ਤੇ ਫਿਰ ਤੀਜਾ ਜਨਮ ਇਸ ਦਾ ਹਿੰਦੂਆਂ ਦੇ ਘਰ ਦਾ ਹੋਵੇਗਾ। ਰਾਜਪੂਤਨੀ ਜਨਮੇ ਫੇਰ, ਅਬ ਬਖਸ਼ੀ ਕੇਸ਼ੋ ਕੀ ਹੀਰ। ਇਸ ਕਰਕੇ ਉਹ ਜਿਹੜੀ ਦੂਸਰੀ ਸੀ ਮੋਦਨੀ, ਉਸ ਨੂੰ ਕਹਿੰਦੇ ਦਿੱਤਾ ਕੇਸ਼ੋ ਦਾਸ ਪੰਡਤ ਨੂੰ। ਉਹਦਾ ਵੀ ਅਗਲਾ ਜਨਮ ਹੋਵੇਗਾ ਤੇ ਇਹਦਾ ਵੀ ਹੋਵੇਗਾ। ਇਸ ਕਰਕੇ ਇਹ ਮੈਂ ਕੇਸ਼ੋ ਦਾਸ ਨੂੰ ਦਿੱਤੀ, ਭਾਵ ਉਹਦੀ ਘਰ ਵਾਲੀ ਬਣੇਗੀ। ਇਸ ਪ੍ਰਕਾਰ ਕਹਿ ਕਰ ਗੁਰੂ ਸੁਆਮੀ, ਭੂਤ ਭਵਿਖਿਅਤ ਅੰਤਰ ਜਾਮੀ। ਤੋ ਏਦਾਂ ਮੇਰੇ ਪ੍ਰੀਤਮ ਜੀ ਸਭਾ ਦੇ ਵਿੱਚ ਭੂਤ ਭਵਿੱਖ ਦੀਆਂ ਵਿਚਾਰਾਂ, ਆਉਣ ਵਾਲੇ ਸਮੇਂ ਦੀਆਂ, ਬੀਤੇ ਸਮੇਂ ਦੀਆਂ ਦੱਸ ਰਹੇ ਸਨ। ਕੋਨ ਮੁਝ ਕੋ ਬਰਜੋ ਬਸ ਕਰਹੁ, ਅਪਰ ਨਾ ਬੂਝੋ ਤੂਸ਼ਨ ਤਰਹੁ। ਔਰ ਭਾਈ ਗੁਰਬਖਸ਼ ਸਿੰਘ ਜੀ ਇਹ ਕਥਾ ਸੁਣਾ ਰਹੇ ਹਨ। ਕਹਿੰਦੇ ਮੈਨੂੰ ਕਹਿੰਦੇ ਬਸ ਚੁੱਪ ਕਰ ਜਾ, ਹੁਣ ਅੱਗੇ ਮੈਥੋਂ ਕੁਛ ਨਾ ਪੁੱਛੀ, ਬਸ ਇੰਨਾ ਹੀ ਬਹੁਤ ਹੈ। ਔਰ ਖਿਆਲ ਕੋ ਬੇਲਾ ਪੇ ਹੋ, ਹਿਮ ਸਤਿਗੁਰ ਤੇ ਮੈਂ ਸੁਣ ਲਿਓ। ਹੁਣ ਕੁਝ ਹੋਰ ਸੋਚਣ ਦੇ ਮੈਨੂੰ, ਇਹ ਸੁਣ ਕਰਕੇ ਮੈਂ ਚੁੱਪ ਕਰ ਗਿਆ ਜੀ। ਤਰੀ ਮੌਨ ਨੈ ਕਛੂ ਚਾਰਾ, ਕੇਤਕ ਚਿਰ ਥਿਰ ਸਭਾ ਮਜਾਰਾ। ਔਰ ਸਾਰੀ ਸਭਾ ਵੀ ਚੁੱਪ ਕਰ ਗਈ, ਸਤਿਗੁਰੂ ਵੀ ਚੁੱਪ ਕਰਕੇ ਬੈਠ ਗਏ, ਤੇ ਮੈਂ ਵੀ ਫਿਰ ਅੱਗੋਂ ਕੁਝ ਸਵਾਲ ਨਹੀਂ ਕੀਤਾ ਜੀ। ਉਠ ਕਰ ਪੁਨ ਮੰਦਰ ਕੋ ਗਏ, ਤਿਸ ਦਿਨ ਬਹਿਰ ਨਾ ਆਵਤ ਪਏ। ਔਰ ਉਸ ਦਿਨ ਸਤਿਗੁਰੂ ਇੱਥੋਂ ਉੱਠੇ ਔਰ ਚਲੇ ਗਏ ਆਪਣੇ ਮਹਿਲਾਂ ਦੇ ਵਿੱਚ। ਮੰਦਰ ਕਹਿੰਦੇ ਆ ਘਰ ਨੂੰ, ਹਰੀ ਮੰਦਰ, ਹਰੀ ਦਾ ਘਰ, ਹਰਮੰਦਰ ਸਾਹਿਬ। ਤੋਂ ਮੰਦਰ ਘਰ ਨੂੰ ਕਹਿੰਦੇ ਹਨ। ਸਤਿਗੁਰੂ ਆਪਣੇ ਮਹਿਲਾਂ ਵਿੱਚ ਚਲੇ ਗਏ ਜੀ। ਰਹੇ ਆਪਣੇ ਸਦਨ ਮਜਾਰਾ, ਮਨ ਭਾਵਤ ਸੋ ਅਚਿਓ ਆਹਾਰਾ। ਕਹਿ ਕਰ ਮੰਦਰ ਮੋ ਗਏ, ਫਿਰੇ ਸੇਜ ਪਰ ਜਾਏ। ਔਰ ਜਦੋਂ ਜਾ ਕਰਕੇ ਗੁਰੂ ਪਿਆਰਿਓ ਦੀਵਾਨ ਦੀ ਸਮਾਪਤੀ ਕਰਕੇ ਸਤਿਗੁਰੂ ਘਰ ਗਏ, ਤੇ ਘਰ ਜਾ ਕਰਕੇ ਪਲੰਘੇ ਤੇ ਬਿਰਾਜਮਾਨ ਹੋਏ ਹਨ। ਤਬ ਗੁਰ ਮਹਿਲਾ ਦੀਰਗਾ, ਜੀਤੋ ਜਿਸ ਕਾ ਨਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਮਹਿਲ ਮਾਤਾ ਜੀਤੋ ਜੀ, ਜਿਨ੍ਹਾਂ ਦੇ 3 ਸੁਪੁੱਤਰ ਹੋਏ ਹਨ। ਔਰ ਗੁਰੂ ਪਿਆਰਿਓ ਮਾਤਾ ਸੁੰਦਰੀ ਜੀ ਦੇ 1 ਸੁਪੁੱਤਰ ਹੈ, ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ। ਔਰ ਅਗਲੇ 3 ਸੁਪੁੱਤਰ ਮਾਤਾ ਜੀਤੋ ਜੀ ਦੇ ਹਨ। ਮਾਤਾ ਸਾਹਿਬ ਕੌਰ ਜੀ ਦਾ ਖਾਲਸਾ ਪੰਥ ਹੈ, ਕਹੋ ਸਤਨਾਮ। ਤਾਂ ਗੁਰੂ ਪਿਆਰਿਓ ਮਾਤਾ ਜੀਤੋ ਜੀ ਸਤਿਗੁਰਾਂ ਦੇ ਕੋਲ ਆਏ ਹਨ। ਪਹੁੰਚੇ ਸ੍ਰੀ ਕਲਗੀਧਰ ਪਾਸ, ਜਿਸ ਕੇ ਰਿਤੇ ਸ਼੍ਰੈ ਕੀ ਆਸ। ਔਰ ਬੜੇ ਭਜਨ ਬੰਦਗੀ ਵਾਲੇ ਮਾਤਾ ਜੀ ਹਨ, ਮਾਤਾ ਜੀਤੋ ਜੀ। ਔਰ ਇਹਨਾਂ ਦੇ ਖਿਆਲ ਵਿੱਚ, ਇਹਨਾਂ ਦੇ ਦਿਮਾਗ ਵਿੱਚ ਵੀ ਖਿਆਲ ਆਇਆ ਹੈ ਕਿ ਜੇ ਮਨੁੱਖਾਂ ਨੂੰ ਮੁਕਤੀ ਦੀ ਲੋੜ ਹੈ ਤੇ ਕੀ ਇਸਤਰੀ ਨੂੰ ਵੀ ਲੋੜ ਹੈ। ਤੇ ਇਸ ਕਰਕੇ ਸ਼੍ਰੇ ਹੁੰਦਾ ਮੁਕਤੀ। ਮੁਕਤੀ ਦੀ ਆਸ ਲੈ ਕੇ ਸਤਿਗੁਰਾਂ ਦੇ ਕੋਲ ਇੱਕ ਬੇਨਤੀ ਕਰਦੇ ਹਨ। ਬਾਰ ਬਾਰ ਪਦ ਬੰਧਨ ਕਰੀ, ਪੰਡਤ ਬਿਨੇ ਕਰ ਜੋਰ ਹੋਏ ਖਰੀ। ਔਰ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਬਾਰ-ਬਾਰ ਨਮਸਕਾਰ ਕਰਦੇ ਹਨ ਔਰ ਹੱਥ ਬੰਨ ਕੇ ਸਾਹਮਣੇ ਖੜ ਗਏ ਜੀ। ਕਮਲ ਬਲੋਚਨ ਤੇ ਗੁਰਹੇਰੀ, ਹੋਏ ਪ੍ਰਸੰਨ ਬੋਲੇ ਤਿਸ ਬੇਰੀ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਹੈਰਾਨ ਹਨ ਕਿ ਜੀਤੋ ਜੀ ਅੱਜ ਕਿਵੇਂ ਬਾਰ-ਬਾਰ ਮੱਥੇ ਟੇਕੀ ਜਾਂਦੇ ਹਨ। ਔਰ ਖੁਸ਼ ਹੋ ਕੇ ਬੋਲੇ ਹਨ, ਘਰ ਵਾਲਿਓ ਮਨ ਮਤਾ ਤੁਹਾਰਾ, ਕਿਸ ਬਿਦ ਕੋ ਹੈ ਕਰੋ ਉਚਾਰਾ। ਹਾਂ ਘਰ ਵਾਲਿਓ, ਭਾਵ ਜੀਤੋ ਜੀ ਨੂੰ ਕਹਿੰਦੇ ਆ, ਹਾਂ ਘਰ ਵਾਲਿਓ ਕੀ ਮਤ ਹੈ, ਭਾਵ ਤੁਹਾਡਾ ਕੀ ਖਿਆਲ ਹੈ, ਕੀ ਗੱਲ ਹੈ ਅੱਜ ਬਾਰ-ਬਾਰ ਨਮਸਕਾਰਾਂ ਕਰੀ ਜਾਂਦੇ ਹੋ। ਕਹਿ ਪੇ ਉਚਿਤ ਹੋਏ ਕਛ ਕਹੋ, ਜਥਾ ਕਾਮਨਾ ਤੈਸੀ ਲਹੋ। ਕੀ ਇੱਛਾ ਹੈ ਤੁਹਾਡੀ, ਜੋ ਕਹਿਣਾ ਚਾਹੁੰਦੇ ਹੋ ਨਿਰਸੰਕੋਚ ਕਹੋ।
ਤੇ ਜੋ ਚਾਹੀਦਾ ਮੰਗੋ। ਸੁਣ ਅਧੀਨ ਹੋਏ ਜੀਤੋ ਤਬੈ ਮਨ ਕੋ ਮਤਾ ਪਣਤ ਪੀ ਸਬੈ। ਮਾਤਾ ਜੀਤੋ ਜੀ ਕਹਿਣ ਲੱਗੇ ਜੀ 7 ਵਚਨ ਆਪ ਜੀ ਦੀ ਆਗਿਆ ਹੈ ਤਾਂ ਮੈਂ ਕਹਾਂ। ਕਹਿੰਦੇ ਹਾਂ ਹਾਂ ਕਹੋ, ਕੀ ਕਹਿਣਾ ਚਾਹੁੰਦੇ ਹੋ ਤਾਂ ਸੁਣੋ ਜੀ। ਜਗ ਗੁਰ ਮੈਂ ਹੋ ਤੁਮਰੇ ਗ੍ਰਹਿ ਹਮ ਪੀ ਅਹੇ ਮਨੁਖੀ ਦੇਹ। ਦੇਖੋ ਮਹਾਰਾਜ ਅਸੀਂ ਤੁਹਾਡੇ ਘਰ ਵਿੱਚ ਇਸਤਰੀ ਬਣ ਕੇ ਆਏ, ਤੁਹਾਡੀ ਘਰਵਾਲੀ ਬਣ ਕੇ ਆਏ। ਵੈਸੇ ਗੁਰੂ ਨੂੰ ਤਾਂ ਸਾਰੇ ਪਿਆਰੇ ਹੈ, ਸਿੱਖ ਵੀ ਪਿਆਰੇ ਹੈ, ਸੰਗਤ ਵੀ ਪਿਆਰੀ ਹੈ, ਤੇ ਪਰਿਵਾਰ ਵੀ ਓਨਾ ਹੀ ਪਿਆਰਾ ਜਿੰਨੀ ਸੰਗਤ ਪਿਆਰੀ ਹੈ, ਤੇ ਸੰਗਤ ਵੀ ਓਨੀ ਪਿਆਰੀ ਹੈ ਜਿੰਨਾ ਪਰਿਵਾਰ ਪਿਆਰਾ ਹੈ। ਕੋਈ ਸਤਿਨਾਮ, ਕਿਉਂਕਿ ਗੁਰੂ ਸਭ ਦਾ ਹੈ। ਜਿਸ ਤਰ੍ਹਾਂ ਮੈਂ ਵਿਚਾਲ ਦੀ ਗੱਲ ਕਰਾਂ ਕਿ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਵਾਰ ਸੰਗਤ ਆਈ। ਬਾਰਿਸ਼ਾਂ ਦਾ ਸਮਾਂ ਚੱਲ ਰਿਹਾ ਸੀ, ਵੱਲ ਲੱਕੜ ਗਿੱਲਾ ਹੋ ਗਿਆ, ਲੰਗਰ ਜਿਹੜਾ ਸਵੇਰ ਵਾਲਾ ਮਸਤ ਹੋ ਗਿਆ, ਤੇ ਸੰਗਤ ਨੂੰ ਭੁੱਖ ਲੱਗੀ ਸੀ। ਤੇ ਲੰਗਰ ਆ ਕੇ ਪਾਤਸ਼ਾਹ ਨੂੰ ਪੁੱਛਦੇ ਆ, ਮਹਾਰਾਜ ਨਵੀਂ ਸੰਗਤ ਆਈ ਆ ਤੇ ਲੰਗਰ ਹੁਣ ਤਿਆਰ ਨਹੀਂ ਹੈਗਾ ਤੇ ਲੱਕੜਾਂ ਗਿੱਲੀਆਂ ਹੋ ਗਈਆਂ, ਮੀਂਹ ਕਰਕੇ ਕੀ ਛਕਾਈਏ? ਤੇ ਪਾਤਸ਼ਾਹ ਕਹਿੰਦੇ ਘਰੇ ਲੱਡੂ ਬਣੇ ਪਏ, ਲੱਡੂ ਲਿਆ ਕੇ ਛਕਾ ਦਿਓ। ਕੋ ਸਤਨਾਮ। ਜਾਓ 2 ਟੋਕਰੇ ਲਏ, ਲੱਡੂ ਭਰ ਲਿਆ, ਕੋਠਾ ਭਰਿਆ ਪਿਆ। ਬੀਬੀ ਬੀਰੋ ਦਾ ਬੱਚੀ ਦਾ ਵਿਆਹ ਰੱਖਿਆ ਹੋਇਆ ਸੀ, ਉਹਦੇ ਪਰਥਾਏ ਲੱਡੂ ਬਣਾ ਕੇ ਰੱਖੇ ਸਨ। ਤੇ ਜਿਸ ਵੇਲੇ 2 ਟੋਕਰੇ ਲੈ ਕੇ ਸਿੱਖ ਘਰੇ ਪਹੁੰਚੇ ਤੇ ਗਾਂ ਬੀਬੀ ਬੀਰੋ ਦੀ ਮਾਤਾ ਦਮੋਦਰੀ ਜੀ ਸਤਿਗੁਰਾਂ ਦੇ ਵੱਡੇ ਮਹਿਲ, ਉਹਨਾਂ ਦੇ ਵੀ 3 ਵਿਆਹ ਹੋਏ। ਤਾਂ ਕਹਿਣ ਲੱਗੇ ਵੀ ਆਓ ਭਾਈ। ਕਹਿਣ ਲੱਗੇ ਮਾਤਾ ਜੀ ਲੱਡੂ ਲੈ ਕੇ ਜਾਣੇ ਆ 2-3 ਟੋਕਰੇ, ਸੰਗਤ ਭੁੱਖੀ ਆ ਉਹਨੂੰ ਛਕਾਉਣੇ ਆ। ਕਹਿਣ ਲੱਗੇ ਨਾ ਨਾ ਭਾਈ, ਇਹ ਪਹਿਲਾਂ ਬਰਾਤ ਨੂੰ ਛਕਾਉਣੇ ਆ, ਫਿਰ ਝੂਠੇ ਹੋ ਜਾਣਗੇ। ਮਾਈਆਂ ਦਾ ਖਿਆਲ ਹੁੰਦਾ, ਮਾਈ ਨੂੰ ਧੀ ਬੜੀ ਪਿਆਰੀ ਹੁੰਦੀ ਆ। ਕੋਈ ਸਤਨਾਮ। ਉਹਨਾਂ ਨੇ ਜਵਾਬ ਦੇ ਦਿੱਤਾ ਤੇ ਸਿੱਖ ਕਹਿੰਦੇ ਉਸੇ ਤਰ੍ਹਾਂ ਹੀ ਖਾਲੀ ਟੋਕਰੇ ਲੈ ਕੇ ਵਾਪਸ ਆ ਗਏ। ਤੇ ਪਾਤਸ਼ਾਹ ਕਹਿੰਦੇ ਲਿਆਏ ਨਹੀਂ? ਕਹਿੰਦੇ ਮਨਾ ਮਾਤਾ ਜੀ ਕਹਿੰਦੇ ਵੀ ਇਹ ਪਹਿਲਾਂ ਬੱਚੀ ਦਾ ਵਿਆਹ ਤੇ ਉਹ ਬਰਾਤ ਨੂੰ ਛਕਾਉਣੇ ਆ, ਫਿਰ ਝੂਠੇ ਹੋ ਜਾਣਗੇ। ਤੇ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜੇ ਸਾਡੀ ਸੰਗਤ ਨਹੀਂ ਛਕ ਸਕਦੀ ਫਿਰ ਬਰਾਤ ਵੀ ਨਹੀਂ ਖਾ ਸਕਦੀ। ਹੁਣ ਜਾਓ ਮੁਗਲਾਂ ਦੇ ਤੁਰਕਾਂ ਦੇ ਪੈਰਾਂ ਹੇਠ ਰੋਲਣਗੇ। ਕਹੋ ਸਤਨਾਮ। ਉਧਰੋਂ ਵਿਆਹ ਦਾ ਸਮਾਂ ਨੇੜੇ ਆ ਗਿਆ ਤੇ ਉਧਰੋਂ ਪਹਿਲੀ ਜੰਗ ਬਾਜ ਪਿੱਛੇ ਤੁਰਕਾਂ ਨੇ ਲਾਹੌਰ ਤੋਂ ਆ ਕੇ ਜਿਹੜੇ ਪਾਸੇ ਗੁਰਦੁਆਰਾ ਸਾਹਿਬ ਕਿਲ੍ਹਾ ਸਾਹਿਬ ਹੈ ਪਰਲੇ ਪਾਸੇ, ਉਸ ਪਾਸਿਓਂ ਹਮਲਾ ਕਰ ਦਿੱਤਾ। ਚਲੋ ਖੈਰ ਸਾਰੇ ਪਰਿਵਾਰ ਨੂੰ ਲੈ ਕਰਕੇ ਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਗੁਰੂ ਕੀ ਵਡਾਲੀ ਪਹੁੰਚ ਗਏ ਜਿੱਥੇ ਬੱਚੀ ਦਾ ਵਿਆਹ ਹੋਇਆ। ਤੇ ਇਸ ਤਰ੍ਹਾਂ ਗੁਰੂ ਪਿਆਰਿਓ ਉਹ ਜਿਹੜੇ ਲੱਡੂ ਸਨ ਉਹ ਵਾਕਿਆ ਹੀ ਬਰਾਤ ਨਹੀਂ ਖਾ ਸਕੀ। ਇਸ ਕਰਕੇ ਮਾਤਾ ਜੀ ਬੜੇ ਅਧੀਨਗੀ ਨਾਲ, ਮਾਤਾ ਗੰਗਾ ਜੀ ਨੇ ਪੁੱਤਰ ਦੀ ਦਾਤ ਮੰਗੀ ਤੇ ਸਤਿਗੁਰਾਂ ਨੇ ਉਹੀ ਜੁਗਤੀ ਉਹਨਾਂ ਨੂੰ ਦੱਸੀ ਆ ਜਿਹੜੀ ਸਾਨੂੰ ਦੱਸਦੇ ਆ ਵੀ ਗ੍ਰੰਥੀ ਸਿੰਘ ਤੋਂ ਅਰਦਾਸ ਕਰਾਓ। ਉਹਨਾਂ ਦੀ ਅਰਦਾਸ ਕਰੀਆਂ ਹੀ ਗੱਲ ਬਣਨੀ ਆ। ਜੇ ਬਾਬਾ ਬੁੱਢਾ ਜੀ ਬੇਨਤੀ ਕਰ ਦੇਣ ਫਿਰ ਤੁਹਾਨੂੰ ਪੁੱਤਰ ਦਾਤ ਮਿਲ ਸਕਦੀ ਆ। ਤੋ ਮਾਤਾ ਜੀਤੋ ਜੀ ਕਹਿਣ ਲੱਗੇ ਪਾਤਸ਼ਾਹ ਅਸੀਂ ਵੀ ਤੁਹਾਡੇ ਘਰ ਵਿੱਚ ਤਨੀਮਤ ਦਾ ਜਾਮਾ ਲੈ ਕੇ ਆਏ ਹਾਂ, ਤੁਹਾਡੇ ਘਰ ਵਾਲੇ ਹਾਂ, ਤੁਹਾਡੇ ਇਸਤਰੀ ਹਾਂ, ਪਰ ਅੱਜ ਅਸੀਂ ਤੁਹਾਨੂੰ ਗੁਰੂ ਮੰਨ ਕੇ ਪੁੱਛਦੇ ਹਾਂ। ਤੁਸੀਂ ਸਾਡੇ ਸਭ ਦੇ ਗੁਰੂ ਹੋ, ਮੈਂ ਵੀ ਗੁਰੂ ਧਾਰਨ ਕਰਕੇ ਗੁਰੂ ਮੰਨ ਕੇ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ। ਕਹਾਂ ਪਿਓ ਜੇ ਤ੍ਰਿਮਤ ਜਾਮਾ ਬੀਤੀ ਬੈਸਾਪ ਕੀ ਧਾਮਾ। ਸਾਡਾ ਵੀ ਮਨੁੱਖੀ ਜਾਮਾ ਕੀ ਹੋਇਆ ਜੀ? ਇਸਤਰੀ ਦਾ ਜਾਮਾ ਮਹਾਰਾਜ ਤੁਹਾਡੇ ਨਾਲ ਲੰਮਾ ਸਮਾਂ ਸੰਗਤ ਕਰਦਿਆਂ ਨੂੰ ਹੋ ਗਿਆ। ਪ੍ਰਾਪਤ ਨੇ ਸਤ ਸੰਗ ਵਿਸ਼ੇਸ਼ੁ ਤੁਮ ਹੀ ਗੁਰ ਸਭ ਕੋ ਉਪਦੇਸ਼ੁ। ਔਰ ਮਹਾਰਾਜ ਕੀ ਸਾਨੂੰ ਇਸਤਰੀ ਦਾ ਜਾਮਾ ਜਿਹੜਾ ਅਸੀਂ ਸਤਸੰਗ ਨਹੀਂ ਕਰ ਸਕਦੇ, ਭਾਵ ਅਸੀਂ ਸਿਮਰਨ ਭਜਨ ਬੰਦਗੀ ਨਹੀਂ ਕਰ ਸਕਦੇ, ਸਾਨੂੰ ਵੀ ਗੁਰਮੰਤਰ ਦਿਓ ਮਹਾਰਾਜ, ਸਾਡਾ ਵੀ ਉਧਾਰ ਹੋਵੇ। ਨਿਜ ਪ੍ਰੈ ਸਿੱਖਨ ਜਿਮ ਸਮਝਾਵੋ ਤਿਮ ਕੋ ਮੋ ਉਪਦੇਸ਼ ਦ੍ਰਿੜਾਵੋ। ਜਿਵੇਂ ਤੁਸੀਂ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ, ਮੈਨੂੰ ਵੀ ਆਪਣੀ ਸੇਵਕਾ ਜਾਣ ਕੇ ਅੱਜ ਮੈਂ ਤੁਹਾਨੂੰ ਗੁਰੂ ਮੰਨ ਕੇ ਪੁੱਛਦੀ ਹਾਂ, ਮੈਨੂੰ ਵੀ ਆਪਣੀ ਸੇਵਕਾ ਜਾਣ ਕੇ ਉਹ ਉਪਦੇਸ਼ ਬਖਸ਼ਿਸ਼ ਕਰੋ ਜਿਸ ਨਾਲ ਮੇਰਾ ਵੀ ਉਧਾਰ ਹੋਵੇ ਜੀ। ਨਿਤ ਹੀ ਚਿਤ ਕੀ ਚਾਹ ਬਖਾਨੀ ਮਨ ਥਿਰਤਾ ਲੈ ਜਿਮ ਨਿਜ ਥਾਨੀ। ਬੜੇ ਕੰਮ ਦੀ ਗੱਲ ਹੈ ਇਸ ਦੇ ਵਿੱਚ ਸਿਮਰਨ ਦੀ ਜੁਗਤ ਜੋ ਸਤਿਗੁਰਾਂ ਨੇ ਦੱਸੀ ਹੈ ਨਾ, ਆਪਣੇ ਸਭ ਦੇ ਕੰਮ ਦੀ ਗੱਲ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਰਦਾਨੇ ਨੇ ਪੁੱਛਿਆ, ਬਾਬੇ ਨਾਨਕ ਨੇ ਦੱਸਿਆ ਸਾਡੇ ਕੰਮ ਦੇ ਸਵਾਲ ਸਾਰੇ ਉਹਦੇ ਵਿੱਚ, ਔਰ ਜੋ ਮਾਤਾਵਾਂ ਨੇ ਪੁੱਛਿਆ ਉਹ ਵੀ ਸਾਡੇ ਕੰਮ ਦੀ ਗੱਲ ਹੈ। ਧਿਆਨ ਨਾਲ ਸੁਣਿਓ ਗੌਰ ਨਾਲ। ਤਾਂ ਕਹਿਣ ਲੱਗੇ ਪਾਤਸ਼ਾਹ ਬੜੇ ਸਮੇਂ ਤੋਂ ਇੱਛਾ ਸੀ, ਰੋਜ਼ਾਨਾ ਹੀ ਚਿੱਤ ਕਰਦਾ ਹੈ
कि मेरा भी मन टिक जावे, मन स्थिर हो जावे जी। श्री सतगुर सुन पत्नी बात, बोले जोग रीत बखियात। और सतगुरु पातशाह उन्हां दे बड़े खुश होंदे आ जिहड़े सिमरन दी गल करदे आ। वैसे बहुत दुनिया आउंदी है परमेश्वर दे कोलों, गुरु कोलों बहुत कुछ असीं मंगदे आ रोज़, पर गुरु उन्हां दे बड़े खुशे बख्शदे है जिहड़े गुरु कोलों गुरु वाली गल मनदे आ। नानक है घर केवल नाम, इत्थे वड्डी गल नाम जपना जपाउणा है, बाकी तां दातां मगर मगर फिरदियां सारियां। को सतनाम बाकी तां मिल ही जांदियां जिन्हां नूं नाम मिल गया। इस करके पातशाह कहने बड़े खुश होए, तुसीं सही गल पुछी आ जीतो जी दोहरा। मन ते सब साधन बने, मन लग सब उपदेश। असल दे विच जीतो जी इस मन नूं कंट्रोल करन वास्ते ही जितने उपदेश बने हन। 108 मणकियां दी माला है ना, इसे तरह 108 जुगतियां हन मन नूं कंट्रोल करन वास्ते अलग अलग लोकां ने वरतियां। किसी ने मन नूं भुखा रख के रोकण की कोशिश की, किसी ने पुट्ठा सीधा लमक के, किसी ने अग की धूनी विच बैठ के, किसी ने ठंडे पानी विच खड़ के पोह माघ च कंट्रोल करने की कोशिश की। पर धन धन श्री गुरु नानक गुरु गोबिंद सिंह महाराज जिन्हों ने सानू सब तो सौखा साधन दसिया, ना घर छड्ड के जाण की लोड़ है, घरे रह के ही असी सब कुछ पा सकते हैं। परमेश्वर तो कण कण दे विच है ते हर थां ते है, जिथे बैठ के तुसी याद कर लोगे उत्थे ही मिल जूगा। फिर फर्क ही है, बस फर्क यही है कि एक थां ते टिकिया होया है ते एक भज्जिया फिरदा है। हुण जां तां जिहड़ा टिकिया होया है वो जाके भजदे नाल जावे ते जां भजन वाला बैठे दे कोल बैठ जावे। को सतनाम फिर ही मेल हो सकदा है। परमेश्वर तो हर थां ते बैठा है, साडा मन ही भज रहा है थां थां ते। जिन्ना चिर मन टिकदा नहीं, क्योंकि वो टिकिया ये टिकदा नहीं, उन्ना चिर इसदा मिलाप नहीं हो सकता। पातशाह जी कहते जीतो जी असल विच मन नूं समझाउण लई ही सारे साधन उपदेश बने हन। मनुआ पलटे ज्ञान होए, मन लागे रत शेष। मनुआ पलटे जदों साडा मन पलटे मुड़ पवे। पलटना की है, तुसीं परे जा रहे हो ते परे जांदे जांदे वापस मुड़ पे, इनू कहंदे आ उल्टना पलटना वापस चलना। को सतनाम हुण आपां परे जा रहे हैं, अपना संसार दा सब दा एक ख्याल है भी जिमें संसार दियां सारियां वस्तुआं बाहरों मिलदियां, शायद रब भी बाहरों मिलूगा, पर उल्ट है, रब अंदरों मिलूगा, बाकी सारा समान बाहर है। माया बाहरों मिलू सारी, माया की सृष्टि सारी बाहरों मिल जू, पर परमेश्वर सब दे अंदर है। बस बंदे नूं यही भुलेखा खा गया ते रब ने यही भुलेखा पाया। अपने साथियों नूं एक कहानी बनाई है सियाणियां ने भी रब अपने साथी देवतियां नूं कहंदा यार मैं तो बड़ा फसिया दुनिया नूं बना के। क्यों महाराज? कहंदे हुण जना खना महाराज जी मेरा काम करो, बाहों खिंच के फड़ के लै जांदा। दूजा आंदा मारे पहला मेरा काम करो, मैं किहदा काम करा, मैं किधर जावां यार। वो कहन लगे लुक जो किते। कहंदा लुका किथे, ਇਹਦਾ दिमाग ही बड़ा तेज करता मैं मनुख का, ये मैनू हर थां ते लभ रू। इन्हें पानी भी फरोल मारे दरिया, और पत्थर भी खरोद ले, पहाड़ भी खोद ले, आकाशा नू भी तुर गया, मैं कित्थे लुका। वो कहंदे एको थां बची है, उत्थे नहीं लभेगा ते ना ही तुहानू लोड़ है किधरे जाण दी। कहंदे कित्थे? कहंदे इहदे विच ही वड़ के बह जाओ। को सतनाम ना इहने विचों लभना ना तुहानू मिलण दी लोड़ है, ते जिहड़ा अंदर जाऊगा उन्हां दे काम तुसीं करदे रहो। धन्ने दियां गौआं चारियां नामदेव दी बनाई छपरी, जिन्हां ने भगती करके अंदरों खोजिया उन्हां नूं मिल गया, जिहड़े बाहरों खोजदे आ लभदे रहिंदे आ, जिंदगियां लग जांदियां। इस करके मनुआ पलटे जीतो जी जदों ये मन साडा मुड़ के अंदर आवेगा तां इहनूं ज्ञान हो जावेगा, मन लागो रत शेष। फिर मन नूं जिहड़ा परमेश्वर दा वाहिगुरू दा रंग है वो चढ़ जाता है, प्रीति बन जाती है। मुख रुदे लख श्वास को प्रीत अंतर मुख दे। हुण ये जुगती आ जिन्हें वरतनी आ, गौर नाल सुन लो ते आपदे घरे बह के कर लिया करो। की कहंदे आ? मुख रुद्ध है, अपने मुख नूं बंद करके चुप करके, मतलब लख श्वास को लखना हुंदा वेखना। लखना जानना वेखना दोनों चीज़ां है। जानोगे भी वेख के जाना जा सकता है। जे अखां बंद है
ਤੇ ਸਾਹਮਣੇ ਕੀ ਆ, ਕੀ ਜਾਣ ਸਕਦੇ ਆ। ਕਹੋ ਸਤਿਨਾਮ। ਵਾਹਿਗੁਰੂ। ਨੇਤਰ ਖੁੱਲੇ ਹੁਣ ਚੁੱਪ ਕਰਕੇ ਆਪਣੇ ਸਵਾਸਾਂ ਦੇ ਉੱਤੇ ਦੇਖਣਾ ਕਰੋ ਜੀ। ਇਹ ਰੀਤ ਕਰਨਾ ਦੁਰਤਾ ਮਨੁਆ ਮ੍ਰਿਗ ਸੁਖ ਲੇ। ਇਹ ਕੰਮ ਕਰਨਾ ਬਹੁਤ ਔਖਾ ਹੈ। ਤੁਹਾਡੀ ਪਲਕ ਬਾਹਲਾ ਚ ਥੱਲੇ ਖੜ ਨਹੀਂ ਸਕਦੀ, ਪਰ ਖੜਾਉਣੀ ਪੈਣੀ ਆ। ਤੇ ਖੜਾ ਕੇ ਦੇਖੋ ਤੇ ਨਾਲ ਨਾਲ ਫਿਰ ਅੱਗੇ ਪਾਤਸ਼ਾਹ ਦੱਸਦੇ ਆ ਕਿ ਗੁਰੂ ਦਾ ਬਖਸ਼ਿਆ ਮੰਤਰ ਨਾਲ ਜਪਣਾ ਕਰੋ। ਵਾਹ ਗੁਰੂ 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 ਵਾਹ ਗੁਰੂ। ਮਤਲਬ ਆਮ ਜਿਹੜੇ ਜੋ ਸਿਮਰਨ ਕਰਦੇ ਆ ਨਾ, ਜਾਂ ਤਾਂ ਅੱਖਾਂ ਬੰਦ ਕਰ ਲੈਂਦੇ ਆ ਆਪਾਂ, ਤੇ ਜਾਂ ਫਿਰ ਬਾਹਰ ਵੇਖੀ ਜਾਂਦੇ ਆ, ਨਾਲੇ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਆ, ਨਾਲੇ ਉਹ ਮੁੰਡਿਆ ਉਹ ਕੱਟਾ ਖੁੱਲ ਗਿਆ, ਬੰਨ ਕੇ ਆ ਸਾਰਾ ਦੁੱਧ ਚੁੰਗ ਜਾਊਗਾ, ਫਿਰ ਸਿਮਰਨ ਕਿੱਥੋਂ ਹੋ ਜਾਊਗਾ। ਮਨ ਤਾਂ ਕੱਟੇ 'ਚ ਫਿਰਦਾ। ਕਹੋ ਸਤਿਨਾਮ। ਮਨ ਤਾਂ ਬਾਹਰ ਧੰਦੀਆਂ 'ਚ ਫਿਰਦਾ ਹੈ, ਮਨ ਅੱਖ ਚੋਂ ਨਿਕਲ ਕੇ ਜਾਂਦਾ ਹੈ। ਸਾਡਾ ਮਨ ਅੱਖ ਵਿੱਚ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਹੁੰਦਾ ਮੁੱਢ, ਜਿੱਥੋਂ ਆਪਾਂ ਪੈਦਾ ਹੋਏ ਆ। ਤੇ ਆਪਾਂ ਕਿੱਥੋਂ ਪੈਦਾ ਹੋਏ ਆ? ਸਵਾਸ ਤੋਂ। ਸਭ ਤੋਂ ਪਹਿਲਾਂ ਸਵਾਸ ਬਣਿਆ, ਸਾਚੇ ਤੇ ਪਵਨਾ ਪਏ। ਅਕਾਲ ਪੁਰਖ ਤੋਂ ਹਵਾ ਬਣੀ, ਪਵਨ ਤੇ ਜਲ ਹੋਏ, ਹਵਾ ਠੰਡੀ ਹੋ ਕੇ ਪਾਣੀ ਬਣਿਆ, ਤੇ ਆਪਾਂ ਪਾਣੀ ਦੀ ਬੂੰਦ ਤੋਂ ਬਣੇ ਆ ਸਾਡੇ ਸਾਰਿਆਂ ਦੇ ਸਰੀਰ। ਤੇ ਇਹਦੇ ਵਿੱਚ ਪਰਮੇਸ਼ਰ ਨੇ ਆਪਣੀ ਜੋਤ ਰੱਖ ਦਿੱਤੀ। ਇਸ ਕਰਕੇ ਮਨ ਨੂੰ ਹੁਕਮ ਹੈ ਵੀ ਤੂੰ ਉਸ ਨੂੰ ਵੇਖ ਜਿੱਥੋਂ ਪੈਦਾ ਹੋਇਆ, ਜਿਹੜਾ ਤੇਰਾ ਮੁੱਢ ਹੈ। ਉਹ ਮੁੱਢ ਹੈ ਸਾਡੀ ਜੋਤ। ਭਾਵ ਜੋਤ ਨੇ ਆਪਣੇ ਆਪੇ ਨੂੰ ਦੇਖਣਾ, ਕਿਸੇ ਹੋਰ ਨੂੰ ਨਹੀਂ ਦੇਖਣਾ। ਪ੍ਰੀਤਮ ਜੀ ਕਹਿੰਦੇ ਇਹ ਰੀਤ ਕਰਨਾ ਦੁਰਤ, ਬੜਾ ਔਖਾ ਹੈ ਕੰਮ ਜੀਤੋ ਜੀ। ਇਹ ਕਰਨਾ ਔਖਾ ਹੈ, ਪਰ ਜੇ ਕੋਈ ਕਰ ਲਵੇ ਇਹਨੂੰ ਮਿਰਗ ਦੀ ਤਰ੍ਹਾਂ ਸੁੱਖ ਆਵੇਗਾ। ਹੁਣ ਮਿਰਗ ਦੀ ਗੱਲ ਸੁਣ ਲਓ। ਮਿਰਗ ਕੀ ਕਰਦਾ? ਮਿਰਗ ਨੂੰ ਫੜਨ ਵਾਸਤੇ ਸ਼ਿਕਾਰੀ ਜਿਹੜਾ ਹੈ ਘੰਡੇ ਹੇੜੇ ਦੀ ਆਵਾਜ਼ ਕਰਦਾ, ਸਾਜ਼ ਵਜਾਉਂਦਾ। ਆ ਗੁਰੂ ਘਰ ਦੇ ਵਿੱਚ ਸਾਜ਼ ਇਸੇ ਕਰਕੇ ਰੱਖੇ ਨੇ ਕਿ ਮਨ ਜਿਹੜਾ ਸਾਜ਼ਾਂ ਤੇ ਵੀ ਖੜ ਜਾਂਦਾ। ਬਾਜਾ ਵਜਾਇਆ, ਨਾਲ ਤਪਲੇ ਵੱਜੇ, ਔਰ ਇਹਦੀਆਂ ਧੁਨਾਂ ਕੱਢੀਆਂ ਰਾਗੀ ਸਿੰਘਾਂ ਨੇ। ਕਈਆਂ ਦਾ ਮਨ ਢੋਲਕੀ ਤੇ ਲੱਗ ਜਾਂਦਾ, ਕਈਆਂ ਦਾ ਤਪਲੇ ਤੇ, ਕਈਆਂ ਦਾ ਰਾਗਾਂ ਦੀਆਂ ਧੁਨਾਂ ਦੇ ਉੱਤੇ। ਪਰ ਇਹਨਾਂ ਧੁਨਾਂ ਦੇ ਵਿੱਚ ਪਾ ਕੇ ਤੁਹਾਨੂੰ ਸੁਣਾਇਆ ਕੀ ਹੈਗਾ? ਗੁਰਬਾਣੀ ਦੇ ਸ਼ਬਦ। ਕਹੋ ਸਤਿਨਾਮ। ਗਿਆਨ ਦੇ ਸ਼ਬਦ ਸੁਣਾਉਣੇ ਤਾਂ ਸ਼ਬਦ ਹੀ ਸੀਗੇ, ਪਰ ਇਹ ਮਨ ਨੂੰ ਰੋਕਣ ਦਾ ਇੱਕ ਢੰਗ ਹੈ। ਇਸੇ ਕਰਕੇ ਬਾਬੇ ਨਾਨਕ ਜੀ ਨੇ ਨਾਲ ਪਹਿਲਾ ਸਾਜ਼ ਰਬਾਬ ਲਿਆ ਸੀ। ਕਹੋ ਸਤਿਨਾਮ। ਕਿਉਂਕਿ ਮਨ ਸਾਡਾ ਰਸ ਭਾਲਦਾ ਹੈ, ਤੇ ਰਸ ਦੇਣ ਵਾਸਤੇ ਇਹਨੂੰ ਕੋਈ ਨਾ ਕੋਈ ਰਸ ਦੇਣਾ ਪੈਂਦਾ। ਤਾਂ ਤੇ ਸਤਿਗੁਰਾਂ ਨੇ ਰਸ ਦੇਣ ਲਈ ਇਹਨੂੰ ਰਾਗ ਦੇ ਦਿੱਤਾ। ਸਾਰੀ ਬਾਣੀ ਰਾਗਾਂ ਦੇ ਵਿੱਚ ਰਚੀ, ਔਰ ਰਾਗ ਨੂੰ ਗਾਉਂਦਿਆਂ ਵਜਾਉਂਦਿਆਂ ਇਹਦੇ ਵਿੱਚ ਹੀ ਸ਼ਬਦ ਸੁਣਾ ਦਿੱਤਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਖੜਾ ਖੜੇ ਸੁਣੇਗਾ ਨਾ, ਭੱਜੇ ਜਾਂਦੇ ਨੂੰ ਸੁਣਾਓਗੇ ਤੇ ਕਿੱਥੋਂ ਸੁਣ ਲੂਗਾ? ਪਹਿਲਾਂ ਮਨ ਨੂੰ ਖੜਾਉਣਾ, ਫੇਰ ਮਨ ਨੂੰ ਸੁਣਾਉਣਾ। ਪਹਿਲਾਂ ਇਹਨੂੰ ਟਿਕਾਉਣਾ, ਖੜੂਗਾ ਫਿਰ ਇਹ ਸੁਣੂਗਾ, ਤੇ ਜਦ ਸੁਣੂਗਾ ਤੇ ਸਮਝੂਗਾ ਤੇ ਫਿਰ ਇਹਨੂੰ ਸਵਾਦ ਆਊਗਾ, ਰਸ ਆਊਗਾ, ਫਿਰ ਇਹ ਖੜਨ ਲੱਗ ਜਾਊਗਾ। ਫਿਰ ਤੁਹਾਨੂੰ ਖੜਾਉਣ ਦੀ ਲੋੜ ਨਹੀਂ। ਤੁਸੀਂ ਕਹੋਗੇ ਚੱਲ ਹੁਣ ਕੰਮ ਕਰੀਏ, ਇੱਕ ਉਹ ਠਹਿਰ ਜਾ, ਹੁੰਦੇ ਰਹਿਣਗੇ ਆਪੇ। ਕਹੋ ਸਤਿਨਾਮ। ਹੁਣ ਆਪਾਂ ਕਹਿੰਦੇ ਆ ਓਏ ਬਹਿ ਜਾ 10 ਮਿੰਟ, ਕੰਮ ਤਾਂ ਐਂ ਚੱਲਦੇ ਰਹਿਣਗੇ, ਹਜੇ ਮੰਨਦਾ ਨਹੀਂ। ਮੇਰੇ ਪ੍ਰੀਤਮ ਜੀ ਕਹਿੰਦੇ ਇਹ ਰੀਤ ਕਰਨੀ ਥੋੜੀ ਔਖੀ ਹੈ, ਪਰ ਜੇ ਕਰ ਲਈ ਤਾਂ ਮਿਰਗ ਵਰਗਾ ਸੁੱਖ ਆਵੇਗਾ। ਹੁਣ ਮਿਰਗ ਨੂੰ ਜਦੋਂ ਗੁਰੂ ਪਿਆਰਿਓ ਉਸ ਦੀ ਜਿਹੜੀ ਨਾਭੀ ਹੈ ਨਾ, ਧੁੰਨੀ ਥੱਲੇ ਪੇਟ ਦੇ ਹੇਠਾਂ ਧੁੰਨੀ ਆਉਂਦੇ, ਉਹ ਨਾਭੀ ਦੇ ਮੂਹਰੇ ਗੰਢ ਪੈਦਾ ਹੁੰਦੀ ਹੈ। ਕੁਝ ਸਮੇਂ ਦੇ ਬਾਅਦ ਉਹ ਗੰਢ ਵੱਧਦੀ ਰਹਿੰਦੀ ਹੈ, ਜਿਵੇਂ ਫੁੱਲ ਗੁਲਾਬ ਦਾ ਪੂਰਾ ਬਣ ਕੇ ਤੇ ਉਦੋਂ ਖੁਸ਼ਬੂ ਬਣ ਜਾਂਦੀ ਆ। ਇਸੇ ਤਰ੍ਹਾਂ ਉਹਦੀ ਗੰਢ ਦੇ ਵਿੱਚੋਂ ਵੀ ਖੁਸ਼ਬੂ ਆਉਂਦੀ ਆ, ਤੇ ਜਦੋਂ ਮਿਰਗ ਨੂੰ ਉਹ ਖੁਸ਼ਬੂ ਆਉਂਦੀ ਆ, ਤੇ ਉਹ ਖੁਸ਼ਬੂ ਨੂੰ ਲੱਭਦਾ, ਤੇ ਲੱਭਦਾ ਹੋਇਆ ਦਰਖਤਾਂ ਦੇ ਵਿੱਚ ਸੁੰਘਦਾ ਫਿਰਦਾ। ਕਿਤੋਂ ਲੱਭਦਾ ਨਹੀਂ, ਤੇ ਸੁੰਘਦਾ ਅਖੀਰ ਉਹ ਕਿਸੇ ਦਰਖਤ ਦੀ ਛਾਵੇਂ ਥੱਕ ਕੇ ਡਿੱਗ ਜਾਂਦਾ। ਤੇ ਡਿੱਗੇ ਹੋਏ ਦੀ ਬੂਤ ਤੁਹਾਨੂੰ ਪਤਾ ਵੀ ਪੈਰਾਂ ਵਿੱਚ ਦੀ ਮੁੜ ਕੇ ਪਸ਼ੂ ਦਾ ਮੂੰਹ ਢਿੱਡ ਕੋਲੇ ਜਾਂਦਾ, ਧੁੰਨੀ ਕੋਲ, ਤੇ ਉੱਥੇ ਇੰਨੀ ਲਪਟ ਮਾਰਦੀ ਹੁੰਦੀ ਹੈ, ਉਹਨੂੰ ਕਹਿੰਦੀ ਹੈ ਕਸਤੂਰੀ। ਮਿਰਗ ਦੀ ਨਾਭੀ ਚੋਂ ਨਿਕਲਦੀ ਹੈ, ਤੇ ਉੱਥੋਂ ਜਿਹੜੇ ਹੈ ਸ਼ਿਕਾਰੀ ਉਹਨੂੰ ਕੱਟ ਲੈਂਦੇ ਆ ਥੱਲੇ, ਉਹ ਨਾਭੀ ਨੂੰ ਕਸਤੂਰੀ ਵਾਸਤੇ।
ਤੇ ਗੁਰੂ ਪਿਆਰਿਓ ਜਦੋਂ ਉਸ ਦਾ ਨੱਕ ਕਸਤੂਰੀ ਕੋਲੇ ਚਲੇ ਜਾਂਦਾ ਨਾਭੀ ਕੋਲ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਐਸਾ ਹੀ ਰਸ ਸਾਡੇ ਸਭ ਦੇ ਅੰਦਰ ਹੈ, ਪਰ ਹਜੇ ਆਪਾਂ ਨੇ ਉਹ ਵੇਖਿਆ ਹੀ ਨਹੀਂਗਾ। ਕਹੋ ਸਤਨਾਮ। ਮਿਰਗ ਸੁਖ ਲੈ, ਮਿਰਗ ਦੀ ਤਰ੍ਹਾਂ ਆਨੰਦ ਆਵੇਗਾ। ਨੈਣ ਲਗੇ ਬੈਠਣ ਲਗੇ, ਸਰਵਣ ਸ਼ਬਦ ਕੇ ਮਦ। ਦੇਖੋ ਤਿੰਨਾਂ ਜਣਿਆਂ ਨੂੰ ਖੜਾ ਦਿੱਤਾ, ਇਹ ਤਿੰਨੇ ਹੀ ਮਨ ਦੇ ਭੱਜਣ ਦੇ ਰਸਤੇ ਹੈ ਤੇ ਤਿੰਨੇ ਹੀ ਕੰਟਰੋਲ ਕਰਤੇ। ਕਿਸ ਤਰ੍ਹਾਂ? ਨੈਣ ਲੱਗੇ, ਅੱਖਾਂ ਲਾਤੀਆਂ ਸਵਾਸ ਤੇ। ਬੈਨਣ ਲੱਗੇ, ਜੀਭ ਨੂੰ ਅੰਦਰ ਲਾ ਦਿੱਤਾ ਹੈ ਮੰਤਰ ਤੇ। ਔਰ ਸਰਵਣ ਸ਼ਬਦ ਕੇ ਮੱਧ, ਕੰਨਾਂ ਨੂੰ ਕਹਿਤਾ ਵੀ ਤੂੰ ਸੁਣ, ਕਿਉਂਕਿ ਮਨ ਇਹਨਾਂ ਤਿੰਨਾਂ ਥਾਵਾਂ ਵਿੱਚ ਦੀ ਭੱਜਦਾ। ਕੰਨਾਂ ਵਿੱਚ ਦੀ ਬਾਹਰ ਸੁਣਦਾ। ਤੁਸੀਂ ਇੱਥੇ ਬੈਠੇ ਨਾ, ਬਾਹਰ ਕੋਈ ਭਾਂਡਾ ਖੜਕ ਜਾਵੇ ਉੱਚੀ, ਤੁਸੀਂ ਇੱਕਦਮ ਬਾਹਰ ਦੇਖੋਗੇ, ਕਿਉਂਕਿ ਵੇਖਣ ਵਾਲਾ ਅੱਖ 'ਚ ਬੈਠਾ ਹੈ। ਅੰਦਰੋਂ ਕਹਿੰਦੇ ਉਹ ਖੜਕਾ ਹੋਇਆ, ਬਾਹਰ ਕੀ? ਭੱਜ ਕੇ ਦੇਖਣ ਗਿਆ। ਕੋਈ ਸਤਨਾਮ। ਤੇ ਵੇਖਣ ਵਾਲਾ ਅੱਖ 'ਚ ਹੈ ਨਾ। ਕੰਨ ਨੇ ਸੁਣਨ ਦਾ ਕੰਮ ਕੀਤਾ, ਸੁਣਾਉਣ ਦਾ। ਜੀਭ ਨੇ ਗਾਉਣ ਦਾ ਕੰਮ ਕੀਤਾ। ਪਾਤਸ਼ਾਹ ਕਹਿੰਦੇ ਤਿੰਨਾਂ ਨੂੰ ਕੰਮ ਤੇ ਲਾ ਦਿਓ। ਤਿੰਨੇ ਦਰਵਾਜ਼ੇ ਧੱਕੇ ਨਾਲ ਤਾਂ ਬੰਦ ਨਹੀਂ ਹੋਣੇ, ਕੋਈ ਇਹਨਾਂ ਨੂੰ ਗੂਠਿਆਂ ਨਾਲ ਬੰਦ ਕਰਦੇ, ਏਦਾਂ ਕਰਕੇ। ਏਦਾਂ ਨਹੀਂ ਬੰਦ ਹੁੰਦੇ। ਕਹੋ ਸਤਨਾਮ। ਧੱਕੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ, ਸਹਿਜ ਅਵਸਥਾ ਨਾਲ ਹੀ ਹੋ ਸਕਦਾ। ਤਾਂ ਨੈਣ ਲੱਗੇ, ਬੈਨਣ ਲੱਗੇ, ਸਰਵਣ ਸ਼ਬਦ ਕੇ ਮੱਧ। ਸ਼ਬਦ ਕਿਹੜਾ ਉਚਾਰਿਆ ਆਪਾਂ? ਗੁਰੂ ਦਾ ਬਖਸ਼ਿਆ ਮੰਤਰ ਵਾਹਿਗੁਰੂ। ਜੀਭ ਦੇ ਨਾਲ ਵਾਹਿਗੁਰੂ ਉਚਾਰਿਆ, ਕੰਨਾਂ ਦੇ ਨਾਲ ਅਸੀਂ ਸੁਣਿਆ, ਅੱਖਾਂ ਦੇ ਨਾਲ ਅਸੀਂ ਸਵਾਸਾਂ ਤੇ ਵੇਖਣਾ ਸ਼ੁਰੂ ਕਰਤਾ। ਤਾਂ ਇਹ ਤਿੰਨੇ ਥਾਵਾਂ ਦੇ ਉੱਤੇ ਮਨ ਖੜ ਗਿਆ। ਹੁਣ ਮਨ ਨੂੰ ਜਦੋਂ ਇੱਥੋਂ ਅਸੀਂ ਕਹਿਤਾ ਵੀ ਤੂੰ ਇੱਥੇ ਸਵਾਸਾਂ ਤੇ ਵੇਖ, ਤੈਨੂੰ ਵੇਖਣਾ ਪਊਗਾ ਨਾ। ਜੇ ਅੱਖਾਂ ਬੰਦ ਕਰਕੇ ਬਹਿ ਜਾਓਗੇ ਫਿਰ ਇੱਧਰ ਦੀ ਭੱਜ ਜਾਊਗਾ। ਚੌਥਾ ਰਸਤਾ ਇੱਕ ਹੋਰ ਵੀ ਹੈਗਾ ਇਹਦਾ, ਫੁਰਨਿਆਂ ਰਾਹੀਂ। ਇੱਕ ਨਿਮਖ ਮਾਹੇ, ਕਿੰਨੀ ਰਫਤਾਰ ਹੈ ਇਸ ਦੀ? ਸੂਰਜ ਦੀ ਕਿਰਨ ਦੀ ਰਫਤਾਰ ਹੈ ਜਿਹੜੀ, ਸੂਰਜ ਤੋਂ ਇੱਥੋਂ ਤੱਕ 8 ਮਿੰਟਾਂ 'ਚ ਪਹੁੰਚਦੀ ਹੈ। ਕਹਿੰਦੇ ਕਿੰਨਾ ਉੱਚਾ ਸੂਰਜ? 8 ਮਿੰਟਾਂ 'ਚ ਪਹੁੰਚਦਾ। ਤੇ ਸਾਡਾ ਮਨ ਜਾਂਦਾ ਹੈ ਇੱਕ ਨਿਮਖ ਮਾਹੇ, 4 ਕੁੰਟ ਫਿਰ ਆਵੇ। ਇੱਥੇ ਬੈਠੇ ਦਿੱਲੀ ਜਾ ਆਇਆ, ਜਿੱਥੇ ਤੁਸੀਂ ਪਹਿਲਾਂ ਜਾਣ ਪਛਾਣ ਤੁਹਾਡੀ, ਉੱਥੇ 1 ਸਕਿੰਟ ਵੀ ਜਾ ਕੇ ਮੁੜ ਆਉਂਦਾ। ਇੱਕ ਨਿਮਖ ਮਾਹੇ, 4 ਕੁੰਟ ਫਿਰ ਆਵੇ। ਇਹ ਮਨ ਟਿਕਦਾ ਨਹੀਂ ਨਾ, ਤੇ ਮਨ ਨੂੰ ਟਿਕਾਉਣ ਦੇ ਸਾਰੇ ਸਾਧਨ ਹੈ। ਬੜੀ ਸੁੰਦਰ ਜੁਗਤੀ ਸਤਿਗੁਰਾਂ ਨੇ ਮਾਤਾ ਜੀਤੋ ਜੀ ਦੇ ਰਾਹੀਂ ਸਾਨੂੰ ਸਭ ਨੂੰ ਦੱਸੀ ਆ। ਪ੍ਰੀਤਮ ਜੀ ਕਹਿੰਦੇ ਨੈਣ ਲੱਗੇ, ਬੈਨਣ ਲੱਗੇ, ਸਰਵਣ ਸ਼ਬਦ ਕੇ ਮੱਧ। ਉਪਰਤ ਮਨੁਆ ਬਿਖੇਤੇ, ਬ੍ਰਹਮ ਆਨੰਦ ਸੁਖ ਸੁਧ। ਫੇਰ ਮਨ ਦੇ ਅੰਦਰ ਬ੍ਰਹਮ ਆਨੰਦ ਪੈਦਾ ਹੋਵੇਗਾ। ਆਓ 5 ਮਿੰਟ ਕਰਕੇ ਦੇਖੀਏ, ਫਿਰ ਸਮਾਪਤੀ ਕਰਾਂਗੇ। ਘੜੀ ਅੱਗੇ ਜਾ ਰਹੀ ਆ। ਵਾਹਿਗੁਰੂ 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 ਵਾਹਿਗੁਰੂ। ਪਾਤਸ਼ਾਹ ਜੀ ਅੱਗੇ ਕਹਿੰਦੇ ਇਸ ਤਰ੍ਹਾਂ ਦੇ ਕਰਨ ਦੇ ਨਾਲ ਜਿਵਹਾ ਤਾਲੂ ਮਦ ਦੇ, ਨੈਣ ਲਗਾਵੇ ਨਾਕ। ਹੋਰ ਵੀ ਸਪਸ਼ਟ ਕਰ ਦਿੱਤਾ ਹੈ। ਵਾਹਿਗੁਰੂ ਜਪਦੇ ਆ ਇੱਕ ਹੋਰ ਜੁਗਤੀ ਅਗਲੀ ਵੀ ਹੈ। ਜਦੋਂ ਚੁੱਪ ਕਰਨਾ ਹੈ, ਵਾਹ ਵਾਹੇ ਕਹਿ ਕੇ ਚੁੱਪ ਕਰ ਜਾਣਾ, ਗੁਰੂ ਨਹੀਂ ਕਹਿਣਾ ਉਸ ਵੇਲੇ। ਜਦੋਂ ਬੰਦ ਕਰਨਾ ਨਾ, ਉਦੋਂ ਗੁਰੂ ਨਹੀਂ ਕਹਿਣਾ, ਉਦੋਂ ਕੱਲਾ ਵਾਹੇ ਕਹਿਣਾ। ਵਾਹੇ ਕਹਿ ਕੇ ਜੀਭ ਦਾ ਅਗਲਾ ਹਿੱਸਾ ਮੋੜ ਕੇ ਤਾਹਾਂ ਤਾਲੂਏ ਨਾਲ ਜੋੜ ਦੇਣਾ। ਜਿਹਵਾ ਤਾਲੂ ਮੱਧ ਦੇ, ਜਦੋਂ ਚੁੱਪ ਕਰਨਾ ਹੈ ਉਦੋਂ ਦੀ ਗੱਲ ਹੈ। ਬੋਲਣ ਵੇਲੇ ਤਾਂ ਜੀਭ ਵਰਤਣੀ ਆਪਾਂ, ਪਰ ਜਦੋਂ ਰੁਕਣਾ ਹੈ, ਤੁਹਾਡੇ ਤਾਲੂਏ ਵਿੱਚ ਇੱਕ ਬਰੀਕ ਛੇਕ ਆ, ਉਹਨੂੰ ਕਾਂ ਕਹਿੰਦੇ ਆ। ਕਹੋ ਸਤਨਾਮ। ਤੇ ਜੀਭ ਦਾ ਅਗਲਾ ਸਿਰਾ ਜਿਹੜਾ ਇਹ ਸਵਾਦ ਦੱਸਦਾ। ਤੁਸੀਂ ਚਾਹੇ ਮਿੱਠਾ ਦੇਖਣਾ, ਚਾਹੇ ਕੌੜਾ ਦੇਖਣਾ, ਜੀਭ ਦਾ ਜਿਹੜਾ ਅਗਲਾ ਸਿਰਾ ਇਹੀ ਸਵਾਦ ਦੱਸਦਾ, ਬਾਕੀ ਸਾਰੀ ਜੀਭ ਨਹੀਂ ਦੱਸਦੀ। ਜੀਭ ਦੇ ਵਿੱਚ ਵੀ ਪਤਾ ਨਹੀਂ ਰੱਬ ਨੇ ਕਿੰਨੇ ਪੁਆਇੰਟ ਫਿੱਟ ਕੀਤੇ ਆ। ਕੋਈ ਸਤਨਾਮ। ਤੋ ਜੀਭ ਦਾ ਅਗਲਾ ਹਿੱਸਾ ਜਿਹੜਾ ਉੱਪਰ ਨੂੰ ਕਰਕੇ ਜੀਭ ਨੂੰ ਤਾਲੂਏ ਦੇ ਨਾਲ, ਉਸ ਕਾਂ ਦੇ ਨਾਲ ਲਾ ਦੇਣਾ। ਉੱਥੋਂ ਨਾ ਅੰਮ੍ਰਿਤ ਦੀ ਬੂੰਦ ਡਿੱਗਦੀ ਹੈ। ਜੇ ਕਿਸੇ ਨੂੰ ਮਿਲ ਜੇ ਤਾਂ ਗੁਰੂ ਕਿਰਪਾ ਕਰਨ।
ਕਿਣਕਾ ਏਕ ਉਹਨੂੰ ਕਿਹਾ, ਤੁਸੀਂ ਦੇਖਭਾਲ ਨੂੰ ਕਹਿੰਦੇ ਜੀ ਕਿਣਕਾ ਕ ਦੇ ਦਿਓ, ਇਹ ਵੀ ਕਿਣਕਾ ਹੈ। ਆਪਾਂ ਪਿੱਛੇ ਇੱਕ ਸਾਖੀ ਸਰਵਣ ਕੀਤੀ ਸੀ ਕਿ ਇੱਕ ਮਾਈ ਨੇ ਮਸਾਂ ਚੌਲਾਂ ਦੀ ਮੁੱਠ ਪੂਰੀ ਮਿਹਨਤ ਕਰਕੇ ਦਿਹਾੜੀ ਲਿਆ ਕੇ ਲੰਗਰ ਚ ਪਾਤੀ, ਭਾਵੇਂ ਕਿ ਉਸ ਵੇਲੇ ਮਸੰਦ ਨੇ ਉਹਦਾ ਨਾਂ ਨਹੀਂ ਸੀ ਲਿਖਿਆ, ਪਰ ਉਹਦੇ ਲਿਆਂਦੇ ਹੋਏ ਚੌਲ ਦਾ ਇੱਕ ਦਾਣਾ ਕਿਤੇ ਸੰਗਤ ਵਿੱਚੋਂ ਕੋਈ ਲੰਗਰ ਵਿੱਚੋਂ ਛਕ ਗਿਆ ਔਰ ਉਸ ਦੇ ਅੰਦਰ ਗਿਆਨ ਪੈਦਾ ਹੋ ਗਿਆ ਸੀ। ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾ, ਜਿਹੜਾ ਇਸ ਮਾਈ ਦਾ ਬੁੱਕ ਚੌਲਾਂ ਦਾ ਸੀ ਨਾ, ਉਸੇ ਨੂੰ ਗੁਰੂ ਰਾਮਦਾਸ ਭਾਲਦਾ ਫਿਰਦਾ। ਕੋ ਸਤਨਾਮ ਸੀ। ਤੂੰ ਕਹਿਣਾ ਨਾ ਕਿ ਗੁਰੂ ਰਾਮਦਾਸ ਤੇਰੇ ਬੁੱਕ ਚੌਲਾਂ ਦਾ ਭੁੱਖਾ ਨਹੀਂ, ਉਹ ਗਰੀਬ ਸੀ ਮਾਈ, ਉਹਨੇ ਵੀ ਆਪਣਾ ਨਾਂ ਲਿਸਟ ਵਿੱਚ ਲਿਖਾਉਣ ਵਾਸਤੇ ਦਿਹਾੜੀ ਕੀਤੀ, ਸਾਰਾ ਦਿਨ ਕੁੱਟੇ ਕਿਸੇ ਦੇ ਚੌਲ, ਛਾਲੇ ਪੈ ਗਏ ਹੱਥਾਂ 'ਚ, ਤੇ ਉਹ ਚੌਲ ਲਿਆ ਕੇ ਉਹਨੂੰ ਦਿਹਾੜੀ ਦਿੱਤੀ ਸੀ ਤੇ ਲਿਆ ਕੇ ਉਹਨੇ ਚੌਲਾ ਸਿੱਟ ਦਿੱਤੇ। ਨਾਂ ਭਾਵੇਂ ਨਹੀਂ ਲਿਖਿਆ ਗਿਆ, ਪਰ ਗੁਰੂ ਅਰਜਨ ਦੇਵ ਜੀ ਨੇ ਉਹਦਾ ਨਾਂ ਪੱਟੀ ਤੇ ਲਿਖ ਦਿੱਤਾ ਹੈ, ਆਪਣੇ ਦਿਲ ਵਿੱਚ ਲਿਖ ਲਿਆ, ਹਿਰਦੇ ਤੇ ਲਿਖ ਲਿਆ। ਇਸ ਕਰਕੇ ਗੁਰੂ ਪਿਆਰਿਓ, ਉਹਦਾ ਨਾਂ ਸੀ ਬੀਬੀ ਸੰਮੋ। ਇਸ ਕਰਕੇ ਉਹ ਕਿਣਕਾ, ਇੱਕ ਉਹ ਕਿਣਕਾ ਲੰਗਰ ਦੇ ਵਿੱਚੋਂ ਕਿਤੇ ਮਿਲ ਜੇ ਸ਼ੁੱਧ ਕਮਾਈ ਦਾ, 10 ਨੌਹਾਂ ਦੀ ਕਿਰਤ ਕਿਸੇ ਦੀ ਲੰਗਰ ਵਿੱਚ ਪੈ ਜੇ, ਕਿਤੇ ਉਹਦਾ ਕਿਣਕਾ ਸਾਨੂੰ ਰੋਟੀ ਛਕਦੇ ਆ, ਦੇਗ ਛਕਦੇ ਆ, ਜਾਂ ਕਿਸੇ ਨਾ ਕਿਸੇ ਤਰ੍ਹਾਂ ਸਬਜ਼ੀ ਚੋਂ ਦਾਲ ਚੋਂ ਮਿਲ ਗਿਆ ਨਾ, ਉਹਦੇ ਤੁਹਾਨੂੰ ਗਿਆਨ ਹੋ ਜਾਣਾ। ਕੋਈ ਸਤਨਾਮ। ਇੱਕ ਤਾਂ ਉਹ ਕਿਣਕਾ, ਤੇ ਇੱਕ ਕਿਣਕਾ ਸਾਡੇ ਦਿਮਾਗ ਚੋਂ ਡਿੱਗਦਾ ਹੈ, ਅੰਮ੍ਰਿਤ ਦੀ ਬੂੰਦ, ਕਿਤੇ ਉਹ ਜੀਵ ਨੂੰ ਮਿਲ ਗਿਆ ਨਾ ਤੇ ਫਿਰ ਗਿਆਨ ਹੋ ਜਾਣਾ ਹੈ। ਪ੍ਰੀਤਮ ਜੀ ਕਹਿੰਦੇ, ਜਿਹਵਾ ਤਾਲੂ ਮੱਧ ਦੇ ਨੈਣ ਲਗਾਵੇ ਨਾਕ। ਮੈਂ ਤੁਹਾਨੂੰ ਪਹਿਲਾਂ ਕਹਿੰਦਾ ਨਾ ਵੀ ਸਵਾਸਾਂ ਤੇ ਵੇਖੋ, ਬਸ ਇੱਥੇ ਹੀ ਵੇਖਣਾ ਹੈ, ਤਾਂ ਅੱਖਾਂ ਨੂੰ ਇੱਥੇ ਲਾ ਦਿਓ, ਜੀਵ ਨੂੰ ਫਿਰ ਜਪਦੇ ਜਪਦੇ ਉੱਪੇ ਲੈ ਜਾਓ ਜੀ। ਪਹਿਲਾ ਐਸਾ ਸੇਵੀਏ ਸਤਿਗੁਰ ਪਦ ਮਨ ਭਾਕ। ਤੋਂ ਪਹਿਲਾਂ ਉਸੇ ਤਰ੍ਹਾਂ ਸਿਮਰੋ ਜਿਵੇਂ ਸਤਿਗੁਰ ਨੇ ਤੁਹਾਨੂੰ ਗੁਰਮੰਤਰ ਦਿੱਤਾ ਹੈ। ਜੀਤੋ ਜੀ, ਪਹਿਲਾਂ ਗੁਰਮੰਤਰ ਸਿਮਰੋ, ਜਦੋਂ ਤੁਸੀਂ ਥੱਕ ਜਾਓ ਜਪਦੇ ਜਪਦੇ, ਫਿਰ ਜੀਭ ਨੂੰ ਉੱਤੇ ਲਾ ਕੇ ਰੁਕ ਜਾਓ ਜੀ। ਨਾਭ ਠਹਿਰਾਵੇ ਸਵਾਸ ਜਬ ਬਿਰਤ ਥੰਦਾਵੇ ਪੰਤ। ਹਾਂ, ਸਵਾਸ ਜਿਹੜਾ ਤੁਹਾਡਾ ਇੰਨਾ ਹੌਲੀ ਹੋ ਜਾਊਗਾ, ਜਿੱਥੇ 24 ਘੰਟਿਆਂ 'ਚ 24,000 ਲੈਂਦੇ ਹੋ ਨਾ, ਇੱਥੇ ਤੁਸੀਂ 18,000 ਤੇ ਵੀ ਆ ਜਾਓਗੇ। 6,000 ਰੋਜ਼ ਦੇ ਬਚਾ ਸਕਦੇ ਹੋ। ਜੇ 6,000 ਰੋਜ਼ ਦੇ ਸਵਾਸ ਬਚਾ ਲਏ ਤੇ ਤੁਹਾਡੀ ਜ਼ਿੰਦਗੀ 100 ਸਾਲ ਤੋਂ ਅੱਗੇ ਟੱਪ ਸਕਦੀ ਆ, ਜਿਵੇਂ ਗੋਰਖਨਾਥ ਵਰਗਿਆਂ ਨੇ ਟਪਾਈ ਆ। ਕੋ ਸਤਨਾਮ। ਸਵਾਸ ਹੋਣੇ ਰਹਿਣਗੇ, ਉਮਰ ਵਧੂਗੀ ਤਾਂ ਤੁਸੀਂ ਸਵਾਸ ਘੱਟ ਖਰਚ ਕਰੋਗੇ। ਬੈਂਕ ਬੈਲੈਂਸ ਤੁਸੀਂ ਇੱਕ ਦਿਨ ਵਿੱਚ ਵੀ ਖਤਮ ਕਰ ਸਕਦੇ ਹੋ। ਹੌਲੀ ਹੌਲੀ ਕੱਢੋ ਤਾਂ ਸਾਲ ਵੀ ਟਪਾ ਸਕਦੇ ਹੋ, ਨਾ ਕੱਢੋ ਤਾਂ ਕਈ ਸਾਲ ਵੀ ਪਿਆ ਰਹੂਗਾ। ਤੋ ਗੋਰਖਨਾਥ ਵਰਗੇ ਇਸੇ ਤਰ੍ਹਾਂ ਹੀ ਸਵਾਸਾਂ ਨੂੰ ਰੋਕ ਕੇ ਉਮਰਾਂ ਲੰਬੀਆਂ ਕਰਦੇ, ਪਰ ਮੈਂ ਉਮਰ ਲੰਬੀ ਕਰਨ ਦੀ ਸਲਾਹ ਨਹੀਂ ਦਿੰਦਾ। ਪਾਤਸ਼ਾਹ ਕਹਿੰਦੇ ਚਲਦੇ ਚਲਦੇ ਸਵਾਸ ਨੂੰ ਨਾਭੀ 'ਚ ਰੋਕ ਲਓ। ਨਾਭ ਠਹਿਰਾਵੇ ਸਵਾਸ ਜਬ ਬਿਰਤੀ ਥੰਭਾਵੇ ਅੰਤ। ਸੁਰਤੀ ਉੱਤੇ ਰੋਕ ਦਿਓ, ਸਵਾਸ ਥੱਲੇ ਰੋਕ ਦਿਓ। फिर वही वासना रोकिए 3 मास लग संत। और वासना किया फुरने आशा तृष्णा, बस इथे ही रोक दियो। वाह गुरु 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 वाह गुरु। ਜਦੋਂ ਗੁਰੂ ਕਹਿੰਦੇ ਹੋ ਤੇ ਇਹਦੀ ਸੱਟ ਤੁਹਾਡੀ ਧੁੰਨੀ ਤੱਕ ਜਾਣੀ ਚਾਹੀਦੀ ਹੈ ਤਾਂ ਭੋਰਾ ਕੀ ਫੀਲਿੰਗ ਕਰਨੀ ਚਾਹੀਦੀ ਆ। ਗੁਰੂ ਦੀ ਚੋਟ ਧੁੰਨੀ ਤੇ ਪੈਂਦੀ ਆ ਤੇ ਵਾਹੇ ਸ਼ਬਦ ਬਾਹਰ ਨੂੰ ਜਾਂਦਾ ਹੈ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਪੋ। ਵਾਹ ਗੁਰੂ 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 ਵਾਹ। ਇੱਥੇ ਰੋਕ ਦੇਣਾ, ਇਸ ਤਰ੍ਹਾਂ ਰੁਕ ਜਾਵਾਂਗੇ ਤਾਂ ਫਿਰ ਇਹ ਤੋਂ ਅੱਗੇ ਆਨੰਦ ਬਣ ਜਾਣਾ ਹੈ।
ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬਾਬਾ ਜੀ ਕਹਿੰਦੇ ਇੱਥੇ ਸੁੱਟ ਨੂੰ ਜੇ ਤੁਸੀਂ ਰੋਕ ਲਿਆ ਨਾ, ਜੇ ਇਹ ਕੰਮ ਤੁਸੀਂ 3 ਮਹੀਨੇ ਕਰ ਲਿਆ, ਸਿਰਫ 3 ਮਹੀਨੇ, ਤੇ 3 ਮਹੀਨਿਆਂ ਤੁਸੀਂ ਸੰਤ ਬਣ ਜਾਓਗੇ। ਤੇ ਮਾਤਾ ਜੀਤੋ ਜੀ ਨੇ 3 ਮਹੀਨਿਆਂ 'ਚ ਪਦਵੀ ਪ੍ਰਾਪਤ ਕਰ ਲਈ ਸੀ, ਐਸਾ ਬ੍ਰਹਮ ਗਿਆਨ ਹੋ ਗਿਆ ਸੀ। ਉਹਨਾਂ ਨੇ ਕੀ ਪ੍ਰਾਪਤ ਕੀਤਾ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਉਹਨਾਂ ਨੂੰ ਆਉਣ ਵਾਲੇ ਭੂਤ ਭਵਿੱਖ ਦਾ ਵੀ ਗਿਆਨ ਹੋ ਗਿਆ ਸੀਗਾ, ਔਰ ਇਹ ਵੀ ਪਤਾ ਲੱਗ ਗਿਆ ਸੀਗਾ ਕਿ ਅੱਗੇ ਸਾਡੇ ਨਾਲ ਕਿਵੇਂ ਵਰਤਣੀ ਹੈ। ਇਹ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਦੀ ਘਟਨਾ ਹੈ, ਔਰ ਸਤਿਗੁਰੂ ਪਾਤਸ਼ਾਹ ਜੀ ਦੇ ਸਿਮਰਨ ਕਰਕੇ ਮਾਤਾ ਜੀਤੋ ਜੀ ਨੇ ਸਤਿਗੁਰ ਆਨੰਦਪੁਰ ਸਾਹਿਬ ਨੂੰ ਛੱਡਣ ਵਾਲੀ ਘਟਨਾ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਇਹ ਸਾਰੀ ਘਟਨਾ ਪਹਿਲਾਂ ਹੀ ਦੇਖ ਲਈ ਸੀ। ਤੇ ਦੂਜੇ ਦਿਨ ਪੁੱਛਦੇ ਆ ਪਾਤਸ਼ਾਹ, ਰਾਤ ਮੈਨੂੰ ਐਦਾਂ ਸੁਪਨਾ ਆਇਆ ਕਿ ਅਨੁਭਵ ਹੈ ਕਿ ਸੱਚ ਹੈ ਕਿ ਝੂਠ ਹੈ। ਕਹਿੰਦੇ ਕੀ? ਕਹਿੰਦੇ ਜੀ ਐਂ ਲੱਗਿਆ ਜਿਵੇਂ ਆਪਣਾ ਸਾਰਾ ਪਰਿਵਾਰ ਹੀ ਖੇਰੂ ਬੇਰੂ ਹੋ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰੀ ਕਿਧਰੇ ਚਲੀ ਗਈ, ਤੁਸੀਂ ਕਿਧਰੇ ਚਲੇ ਗਏ ਤੇ ਮੈਂ ਵਿੱਚ ਹੈ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੀਤੋ ਜੀ ਇੱਦਾਂ ਹੀ ਹੋਣਾ। ਮਾਤਾ ਜੀ ਫਿਰ ਕਹਿਣ ਲੱਗੇ ਪਾਤਸ਼ਾਹ ਮੈਥੋਂ ਇਹ ਚੀਜ਼ ਦੇਖੀ ਨਹੀਂ ਜਾਣੀ। ਪਾਤਸ਼ਾਹ ਕਹਿੰਦੇ ਮੈਂ ਤਾਂ ਤਮਾਸ਼ਾ ਦੇਖ ਕੇ ਆਊਂਗਾ, ਦੇਖਣ ਆਇਓ ਜਗ ਤਮਾਸ਼ਾ, ਤੁਹਾਡੇ ਤੋਂ ਨਹੀਂ ਦੇਖੀ ਜਾਂਦੀ ਤੇ ਪਹਿਲਾਂ ਚਲੇ ਜਾਓ। ਤੇ ਮਾਤਾ ਜੀ ਕਹਿੰਦੇ ਮੈਂ ਪਹਿਲਾਂ ਕਿਵੇਂ ਜਾਵਾਂ? ਕਹਿੰਦੇ ਸਿਮਰਨ ਤੇਜ਼ ਕਰ ਦਿਓ। ਫਿਰ ਇਹ ਸਿਮਰਨ ਨੂੰ ਹੋਰ ਤੇਜ਼ ਕੀਤਾ। 1 ਸਾਲ ਦੇ ਵਿੱਚ ਉਹਨਾਂ ਨੇ ਤਾਲੂਏ ਰਾਹੀਂ ਬ੍ਰਹਮਰੁੰਦਰ ਰਾਹੀਂ ਸਰੀਰ ਤਿਆਗ ਦਿੱਤਾ ਸੀਗਾ, ਬਸਦੇ ਰਸਤੇ ਆਨੰਦਪੁਰ ਸਾਹਿਬ ਦੇ ਵੇਲੇ। ਫਿਰ ਅਗਲੀਆਂ ਵਿਚਾਰਾਂ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਸਿਰ ਸਹੀ 5 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 5 ਤੋਂ ਪੌਣੇ 6 ਵਜੇ ਤੱਕ ਕਥਾ ਸਮਾਂ। ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਨਾਲ ਸਰਵਣ ਕੀਤਾ। ਅਰਦਾਸ ਕਰਦਾ ਗੁਰੂ ਕਿਰਪਾ ਕਰਕੇ ਤੁਹਾਨੂੰ ਇਸ ਸਿਮਰਨ ਦੀ ਦਾਤ ਬਖਸ਼ਣ ਔਰ ਤੁਹਾਡਾ ਮਨ ਜੋੜ ਦੇਣ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्वमय जन गुणतास, हे संगी हे निरंकार, हे निर्गुण सब टेक, हे गोविंद हे गुण निदान, सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, बरोए आए प्रभ शरणागति, नित दयाल, एक अखर हर मन बसत, होत निहाल, एक ओंकार सतगुरु, प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद सब संगतां दा जिन्हां ने हाजरियां लवाइयां। गुरु जी सरपण कीता, पातशाह खुशे बख्शन।